ਸਤਿਕਾਰਯੋਗ ਸਾਧ ਸੰਗਤ ਜੀ, ਕਈ ਦਿਨਾਂ ਤੋਂ ਮੈਂ ਆਪ ਜੀ ਨੂੰ ਕਈ ਪ੍ਰਕਾਰ ਦੀਆਂ ਬੇਨਤੀਆਂ ਕੀਤੀਆਂ ਨੇ। ਪਰਿਵਾਰ ਦੇ ਵਿੱਚ ਜਿੰਨਾ ਚਿਰ ਸੁੱਖ ਨਹੀਂ ਹੁੰਦਾ ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ, ਅਤੇ ਪਰਿਵਾਰਕ ਕਲੇਸ਼ ਮਿਟਾਉਣ ਵਾਸਤੇ ਇਹ ਅਤਿਅੰਤ ਜ਼ਰੂਰੀ ਹੈ ਕਿ ਅਸੀਂ ਗੁਰੂ ਕਾ ਬਚਨ ਮੰਨੀਏ ਅਤੇ ਗੁਰੂ ਕਾ ਬਚਨ ਮੰਨਦੇ ਹੋਏ ਸੁਖੀ ਹੋ ਜਾਈਏ। ਆਪਾਂ ਗੁਰੂ ਕਾ ਬਚਨ ਨੇ ਕਿ ਨਿਮਰਤਾ ਰੱਖੋ, ਮਿੱਠਾ ਬੋਲੋ, ਕਦੀ ਕਦਾਈ ਗਲਤੀ ਹੋਈ ਨੂੰ ਖਿਮਾ ਕਰੋ, ਅਤੇ ਸਿਰੇ ਦੀ ਗੱਲ ਹੈ ਗੁਰੂ ਕਾ ਹੁਕਮ ਹੈ ਕਿ ਵਿਚਾਰਵਾਨ ਬਣੋ। ਆਪਾਂ ਵੀ ਜੇ ਵਿਚਾਰਵਾਨ ਬਣਾਂਗੇ ਤਾਂ ਆਪਾਂ ਨੂੰ ਸੱਚੀ ਮੁੱਚੀ ਸੁੱਖ ਮਿਲੇਗਾ। ਮੈਂ ਆਪ ਜੀ ਨੂੰ ਕੁਝ ਬੇਨਤੀਆਂ ਅੱਜ ਕਰਾਂਗਾ ਜਿਹੜੀਆਂ ਕਿ ਲੜਕੇ ਵਾਲਿਆਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਧਿਆਨ ਦੇਣ ਦੀ ਲੋੜ ਹੈ ਕਿ ਆਪਾਂ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ। ਉਹਦੇ ਵਾਸਤੇ ਸਾਨੂੰ ਕੈਸੀਆਂ ਗੱਲਾਂ ਉਹਨੂੰ ਪਹਿਲੋਂ ਸਿਖਾਉਣ ਦੀ ਲੋੜ ਹੈ। ਆਪਣੇ ਸਮਾਜ ਦੇ ਵਿੱਚ ਲੜਕਾ ਹੋਣਾ ਇੱਕ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ, ਅਤਿਅੰਤ ਖੁਸ਼ੀ ਮਨਾਈ ਜਾਂਦੀ ਹੈ ਉਸ ਚੀਜ਼ ਦੀ। ਪੁੱਤੀ ਗੰਢ ਪਵੈ ਸੰਸਾਰ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ, ਤੇ ਸਾਡੀ ਇੱਛਾ ਹੁੰਦੀ ਹੈ ਕਿ ਸਾਡੀ ਅੱਗੋਂ ਵੰਸ਼ ਵਧੇ। ਫਿਰ ਸਾਡੇ ਘਰ ਪੁੱਤਰ ਹੋਣ ਤੋਂ ਉਪਰੰਤ ਜਦੋਂ ਪੁੱਤਰ ਜਵਾਨ ਹੋ ਜਾਂਦਾ ਫਿਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੁੱਤਰ ਦੀ ਸ਼ਾਦੀ ਹੋਵੇ, ਉਹਦੇ ਲਈ ਬੜੀਆਂ ਖੁਸ਼ੀਆਂ ਹੋਣ, ਤੇ ਫਿਰ ਸਾਡੇ ਕੋਲ ਪੋਤਰਾ ਆਵੇ ਤਾਂ ਕਿ ਅੱਗੋਂ ਹੋਰ ਸਾਡੀ ਵੰਸ਼ ਵਧੇ। ਪਰੰਤੂ ਸਮੱਸਿਆ ਵਾਲੀ ਗੱਲ ਇਹ ਹੈ ਕਿ ਆਪਾਂ ਆਪਣੇ ਪੁੱਤਰ ਦੀ ਸ਼ਾਦੀ ਦੀ ਖੁਸ਼ੀ ਵਿੱਚ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਪੁੱਤਰ ਨੂੰ ਆਪਣੀ ਸ਼ਾਦੀ, ਆਪਣਾ ਵਿਆਹਿਕ ਜੀਵਨ ਸੁਖਪੂਰਵਕ ਕਿਵੇਂ ਬਿਤਾਉਣਾ ਉਹਦੀ ਸਿੱਖਿਆ ਵੀ ਦੇਣੀ ਹੈ। ਇਹ ਗੱਲ ਆਪਾਂ ਭੁੱਲ ਜਾਂਦੇ ਹਾਂ। ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪ ਜੀ ਆਪਣੇ ਪੁੱਤਰਾਂ ਨੂੰ ਇਹ ਸਿੱਖਿਆ ਜ਼ਰੂਰ ਦਿਓ ਕਿ ਤੂੰ ਆਪਣਾ ਵਿਆਹਿਕ ਜੀਵਨ ਆਪਣੀ ਪਤਨੀ ਨਾਲ ਸੁਖਪੂਰਵਕ ਕਿਵੇਂ ਨਿਭਾਉਣਾ ਹੈ, ਆਪਣੇ ਸੱਸ ਸਹੁਰੇ ਨਾਲ ਕੈਸਾ ਵਿਹਾਰ ਕਰਨਾ ਹੈ। ਸਹੁਰੇ ਜਾ ਕੇ ਉੱਥੇ ਆਕੜ ਕੇ ਬੈਠ ਕੇ ਬਈ ਮੇਰੀ ਸੱਸ ਸਹੁਰਾ ਮੇਰੇ ਪੈਰ ਘੁੱਟਣ, ਮੈਂ ਜਵਾਈ ਆਇਆ, ਇਹ ਵਿਹਾਰ ਕਰਨਾ ਕਿ ਨਿਮਰਤਾ ਰੱਖਣੀ, ਉਹਨਾਂ ਨੂੰ ਮਾਤਾ ਪਿਤਾ ਸਮਾਨ ਸਮਝਣਾ। ਐਸੀਆਂ ਗੱਲਾਂ ਸਿਖਾਓ, ਕਿਉਂਕਿ ਹੁੰਦਾ ਕੀ ਹੈ ਕਿ ਲੜਕੀਆਂ ਨੂੰ ਤਾਂ ਮਾਤਾ ਪਿਤਾ ਕੁਝ ਸਿੱਖਿਆ ਦੇ ਦਿੰਦੇ ਨੇ, ਅੱਗੇ ਅਗਲੇ ਘਰ ਜਾਣਾ, ਤੂੰ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ, ਰੋਟੀ ਪਕਾਉਣ ਦੀ ਜਾਚ ਸਿੱਖ, ਆਦਿ। ਪਰੰਤੂ ਮੁੰਡੇ ਨੂੰ ਤਾਂ ਰਾਜਾ ਬੇਟਾ ਕਹਿ ਕੇ ਇੰਨਾ ਲਾਡਾਂ ਨਾਲ ਪਾਲਿਆ ਹੁੰਦਾ ਕਿ ਉਹਦਾ ਦਿਮਾਗ ਖਰਾਬ ਕੀਤਾ ਹੁੰਦਾ, ਤੇ ਉਹਨੂੰ ਸਿੱਖਿਆ ਆਪਾਂ ਨਹੀਂ ਦਿੱਤੀ ਹੁੰਦੀ। ਇਸ ਕਰਕੇ ਉਹਨੂੰ ਸਿੱਖਿਆ ਦੇਣ ਦੀ ਲੋੜ ਏ। ਜਿਵੇਂ ਆਪਣੀ ਧੀ ਨੂੰ ਸਿਖਾਉਂਦੇ ਹੋ ਉਹਦੇ ਤੋਂ ਵੱਧ ਆਪਣੇ ਪੁੱਤਰ ਨੂੰ ਸਿੱਖਿਆ ਦਿਓ। ਆਪਣੇ ਪੁੱਤਰ ਨੂੰ ਇਹ ਦੱਸੋ ਕਿ ਇਹ ਵਿਆਹਿਕ ਜੀਵਨ ਤੇਰਾ ਜਿਹੜਾ ਤੈਨੂੰ ਪਤਨੀ ਲਿਆ ਕੇ ਦੇਣੀ ਹੈ, ਉਹ ਸਿਰਫ ਕਾਮ ਇੱਛਾ ਪੂਰਤੀ ਵਾਸਤੇ ਨਹੀਂ ਹੈਗੀ, ਉਹ ਸਿਰਫ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈਗੀ, ਉਹ ਤੇਰੀ ਨੌਕਰਾਣੀ ਨਹੀਂ ਹੈ ਹੋਵੇਗੀ, ਉਹ ਤੇਰੀ ਜੀਵਨ ਸਾਥ ਵਾਸਤੇ ਤੈਨੂੰ ਲਿਆ ਕੇ ਦੇਣੀ ਹੈ। ਇਸ ਕਰਕੇ ਤੂੰ ਵੀ ਆਪਣੀ ਪਤਨੀ ਦਾ ਸਾਥ ਦੇਣਾ, ਦੁੱਖ ਸੁੱਖ ਵਿੱਚ ਵੀ ਤੂੰ ਆਪਣੀ ਪਤਨੀ ਦਾ ਸਾਥ ਦੇਣਾ, ਔਰ ਵਿਆਹ ਦੇ ਵਿੱਚ ਉਤਰਾਅ ਚੜ੍ਹਾਅ ਆਉਣੇ ਨੇ। ਆਪਣੇ ਜੀਵਨ ਦੇ ਵਿੱਚ, ਵਿਆਹਕ ਜੀਵਨ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਣੇ ਨੇ, ਉਹਦੇ ਵਿੱਚ ਤੂੰ ਆਪਣੀ ਪਤਨੀ ਦਾ ਸਾਥ ਦੇਣਾ ਤੇ ਆਪ ਸਾਥ ਲੈਣਾ, ਜੀਵਨ ਭਰ ਸਾਥ ਨਿਭਾਉਣਾ। ਲਾਵਾਂ ਲੈਣ ਦਾ ਮਤਲਬ ਫੇਰੇ, ਅੱਗ ਦੁਆਲੇ ਫੇਰੇ ਲੈਣ ਦਾ ਮਤਲਬ ਜਿੰਨਾ ਚਿਰ ਫੇਰ ਅੱਗ ਦੇ ਵਿੱਚ ਆਪਾਂ ਮੁੜ ਕੇ ਪੈ ਨਹੀਂ ਜਾਂਦੇ, ਮਰ ਕੇ ਸੜ ਨਹੀਂ ਜਾਂਦੇ, ਉਹਨਾਂ ਚਿਰ ਸਾਥ ਨਿਭਾਉਣਾ। ਆਪਣੇ ਪੁੱਤਰ ਨੂੰ ਇਹ ਵੀ ਸਮਝਾਓ ਕਿ ਆਪਣੀ ਪਤਨੀ ਦੀ ਯੋਗ ਗੱਲਾਂ ਮੰਨਣੀਆਂ ਨੇ, ਕੇਵਲ ਆਪਣਾ ਹੁਕਮ ਨਹੀਂ ਚਲਾਉਣਾ। ਸਾਰੀਆਂ ਗੱਲਾਂ ਕੋਈ ਵੀ ਨਹੀਂ ਕਿਸੇ ਦੀਆਂ ਮੰਨਦਾ ਹੁੰਦਾ, ਪਰ ਯੋਗ ਗੱਲਾਂ ਮੰਨਣੀਆਂ ਨੇ, ਉਹਦੀ ਗੱਲ 'ਤੇ ਵਿਚਾਰ ਕਰਨਾ ਹੈ। ਆਪਣੇ ਪੁੱਤਰ ਨੂੰ ਇਹ ਵੀ ਸਮਝਾਉਣ ਦੀ ਲੋੜ ਏ ਕਿ ਤੇਰੀ ਪਤਨੀ ਤੇਰੇ ਪੈਰ ਦੀ ਜੁੱਤੀ ਨਹੀਂ, ਜਦੋਂ ਚਾਹਿਆ ਪਹਿਨ ਲਈ, ਜਦੋਂ ਚਾਹਿਆ ਲਾਹ ਦਿੱਤੀ, ਘਰ ਦੀ ਨੌਕਰਾਣੀ ਨਹੀਂ ਹੈਗੀ। ਆਪਣੇ ਪੁੱਤਰ ਨੂੰ ਇਹ ਵੀ ਸਮਝਾਓ ਕਿ ਤੇਰੀ ਬਣਨ ਵਾਲੀ ਪਤਨੀ ਕੇਵਲ ਕਾਮ ਇੱਛਾ ਸੰਭੋਗ ਦਾ ਸਾਧਨ ਨਹੀਂ ਸਮਝਣਾ ਤੂੰ ਇਹਨੂੰ, ਉਹਨੂੰ ਇੱਕ ਆਪਣੇ ਮਿੱਤਰ ਵਾਂਗੂ ਸਮਝ ਕੇ ਉਹਦਾ ਪੂਰਾ ਸਤਿਕਾਰ ਕਰਨਾ। ਆਪਣੇ ਪੁੱਤਰ ਨੂੰ ਇਹ ਵੀ ਸਮਝਾਉਣ ਦੀ ਲੋੜ ਹੈ ਆਪ ਜੀ ਨੂੰ ਕਿ ਤੂੰ ਕਦੀ ਵੀ ਆਪਣੀ ਪਤਨੀ ਦੇ ਮਾਤਾ ਪਿਤਾ ਨੂੰ ਜਾਂ ਉਹਦੇ ਵੱਡਿਆਂ ਵਡੇਰਿਆਂ ਨੂੰ ਭੈੜਾ ਨਹੀਂ ਬੋਲਣਾ, ਤਾਨੇ ਮਿਹਣੇ ਐਸੇ ਨਹੀਂ ਦੇਣੇ। ਤੇਰੀ ਪਤਨੀ ਤੋਂ ਤੈਨੂੰ ਬੱਚੇ ਮਿਲਣੇ ਚਾਹੀਦੇ ਨੇ, ਪਰੰਤੂ ਤੇਰੀ ਪਤਨੀ ਤੇਰੇ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਿਰਫ ਨਹੀਂ ਹੈਗੀ, ਉਹ ਇੱਕ ਜਿਉਂਦਾ ਜਾਗਦਾ ਮਨੁੱਖ ਹੈ ਜਿਹਦੇ ਵਿੱਚ ਮਾਨ ਹੈ, ਉਹਦੇ ਵਿੱਚ ਵੀ ਆਤਮ ਸਨਮਾਨ ਹੈ, ਉਹਨੂੰ ਪਿਆਰ, ਸਤਿਕਾਰ, ਖਰਚਾ, ਹਰ ਚੀਜ਼ ਮਿਲਣੀ ਚਾਹੀਦੀ ਹੈ।
ਔਰ ਇਹ ਵੀ ਬਹੁਤ ਜ਼ਰੂਰੀ ਗੱਲ ਹੈ, ਆਪਣੇ ਪੁੱਤਰ ਨੂੰ ਸਮਝਾਓ ਕਿ ਆਪਣੀ ਪਤਨੀ 'ਤੇ ਕਦੀ ਵੀ ਹੱਥ ਨਹੀਂ ਚੁੱਕਣਾ। ਇਸੇ ਤਰ੍ਹਾਂ ਲੜਕੀ ਵਾਲਿਆਂ ਨੂੰ ਵੀ ਇਹ ਸਮਝਾਉਣ ਦੀ ਲੋੜ ਹੈ ਆਪਣੀ ਪਤਨੀ ਨੂੰ ਕਿ ਤੂੰ ਵੀ ਆਪਣੇ ਪਤੀ ਤੋਂ ਕੁੱਟ ਖਾਣ ਦਾ ਥਾਂ ਨਾ ਬਣਾਈ, ਇਹੋ ਜਿਹੇ ਕੰਮ ਨਹੀਂ ਕਰਨੇ, ਬਿਨਾਂ ਮਤਲਬ ਦੀਆਂ ਅੜੀਆਂ ਨਹੀਂ ਕਰਨੀਆਂ। ਆਪਣੇ ਪੁੱਤਰ ਨੂੰ ਇਹ ਵੀ ਸਮਝਾਉਣ ਦੀ ਲੋੜ ਹੈ ਕਿ ਤੇਰੀ ਪਤਨੀ ਇੱਕ ਮਨੁੱਖ ਹੈ, ਉਹਦੇ ਵਿੱਚ ਮਨ ਹੈ, ਉਹਦੀਆਂ ਬੜੀਆਂ ਇੱਛਾਵਾਂ ਨੇ, ਉਹਦੀਆਂ ਯੋਗ ਇੱਛਾਵਾਂ ਪੂਰੀਆਂ ਕਰਨੀਆਂ ਨੇ, ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਉਹ ਤੇਰੇ ਨਾਲ ਰਹਿਣ ਵਾਸਤੇ ਆਪਣਾ ਸਾਰਾ ਪਰਿਵਾਰ ਛੱਡ ਕੇ ਆਈ ਹੈ ਅਤੇ ਉਹਨੂੰ ਪ੍ਰੇਮ ਮਿਲਣਾ ਚਾਹੀਦਾ, ਪਰੰਤੂ ਉਹਦਾ ਪੇਕੇ ਪਰਿਵਾਰ ਨਾਲ ਜਿਹੜਾ ਪ੍ਰੇਮ ਹੈ, ਜਿੱਥੇ 20 ਸਾਲ ਉਹ ਜੰਮੀ ਪਲੀ ਰਹੀ ਹੈ, ਉਹ ਵੀ ਰਹਿਣਾ, ਉਹਦੇ 'ਤੇ ਕਿੰਤੂ ਪਰੰਤੂ ਨਹੀਂ ਕਰਨਾ। ਅਤੇ ਤੇਰੀ ਪਤਨੀ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਉਹ ਦੂਸਰੇ ਘਰ ਆਈ ਹੈ, ਉਹਨੂੰ ਆਪਣਾਪਣ ਲੱਗਣਾ ਚਾਹੀਦਾ। ਆਪਣੀ ਪਤਨੀ ਦੇ ਆਤਮ ਸਨਮਾਨ ਨੂੰ, ਸਤਿਕਾਰ ਨੂੰ ਕਦੀ ਠੇਸ ਨਾ ਪਹੁੰਚਾਈ। ਗੱਲ ਆਪਣੀ ਜ਼ਰੂਰ ਮਨਾ, ਪਰ ਉਹਨੂੰ ਨੀਵਾਂ ਵਿਖਾ ਕੇ, ਠੇਸ ਪਹੁੰਚਾ ਕੇ ਨਹੀਂ। ਮਾਤਾ ਪਿਤਾ ਨੂੰ ਸ਼ਾਦੀ ਕਰਨ ਤੋਂ ਪਹਿਲਾਂ ਆਪਣੇ ਪੁੱਤਰ ਬਾਰੇ ਇਹ ਵੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਸਾਡਾ ਬੱਚਾ ਨਸ਼ੇ ਤਾਂ ਨਹੀਂ ਕਰਦਾ। ਜੇ ਨਸ਼ਾ ਕਰਦਾ ਹੈ ਤਾਂ ਉਹਦਾ ਇਲਾਜ ਕਰਵਾ ਕੇ ਉਸ ਤੋਂ ਬਾਅਦ ਹੀ ਉਹਦੀ ਸ਼ਾਦੀ ਕਰੀਏ, ਜਦੋਂ ਠੀਕ ਹੋ ਜਾਵੇ। ਜੇ ਨਸ਼ਾ ਕਰਦਿਆਂ ਵੀ ਕਰਨੀ ਹੋਵੇ ਤਾਂ ਲੜਕੀ ਵਾਲਿਆਂ ਨੂੰ ਦੱਸਣਾ ਚਾਹੀਦਾ ਮਾਤਾ ਪਿਤਾ ਨੂੰ ਕਿ ਬਈ ਆਹ ਭੈੜੀ ਆਦਤ ਸਾਡੇ ਬੱਚੇ ਵਿੱਚ ਹੈਗੀ ਹੈ। ਅੱਜ ਕੱਲ੍ਹ ਇਹ ਵੇਖਿਆ ਜਾਂਦਾ ਕਿ ਬਹੁਤ ਸਾਰੇ ਲੜਕੇ ਨਸ਼ਾ ਕਰਦੇ ਨੇ ਅਤੇ ਲੜਕੇ ਦੇ ਮਾਤਾ ਪਿਤਾ ਕੁੜੀ ਵਾਲਿਆਂ ਨੂੰ ਨਹੀਂ ਦੱਸਦੇ, ਜਿਸ ਕਰਕੇ ਮਾਸੂਮ ਲੜਕੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸੇ ਤਰ੍ਹਾਂ ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਆਪਣੇ ਬੱਚੇ ਨੂੰ ਸਮਝਾਉਣ ਦੀ ਲੋੜ ਹੈ ਕਿ ਜੇ ਵਿਆਹ ਤੋਂ ਪਹਿਲਾਂ ਤੇਰਾ ਕਿਸੇ ਹੋਰ ਔਰਤ ਨਾਲ ਸੰਬੰਧ ਸੀ ਤਾਂ ਉਹ ਸੰਬੰਧ ਵਿਆਹ ਤੋਂ ਬਾਅਦ ਨਹੀਂ ਚੱਲਣਾ। ਤੇਰੀ ਪਤਨੀ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਅਸੀਂ ਵੀ ਨਹੀਂ ਕਰਾਂਗੇ। ਜੇ ਤੂੰ ਰੱਖੇਂਗਾ ਤਾਂ ਤੇਰਾ ਵਿਵਾਹਿਕ ਜੀਵਨ ਤਬਾਹ ਹੋ ਜਾਏਗਾ ਔਰ ਸਾਡੇ ਨਾਲ ਵੀ ਤੇਰੀ ਨਹੀਂ ਨਿਭਣੀ। ਲੜਕੇ ਦੇ ਮਾਤਾ ਪਿਤਾ ਨੂੰ ਚਾਹੀਦਾ ਕਿ 10-12 ਸਾਲ ਦੀ ਉਮਰ ਤੋਂ ਕੁਛ ਹੱਦ ਤੱਕ, ਮੈਂ ਫਿਰ ਕਹਿ ਰਿਹਾ ਕੁਛ ਹੱਦ ਤੱਕ, ਆਪਣੇ ਪੁੱਤਰ ਨਾਲ ਮਿੱਤਰਾਂ ਵਰਗੇ ਸੰਬੰਧ ਬਣਾ ਲੈਣ ਅਤੇ ਉਹਨੂੰ ਉਹਦੇ ਗੁਪਤ ਅੰਗਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰਨ। ਇਸੇ ਤਰ੍ਹਾਂ ਲੜਕੀ ਦੇ ਮਾਤਾ ਪਿਤਾ ਨੂੰ ਵੀ ਚਾਹੀਦਾ ਕਿ ਉਹ ਵੀ ਆਪਣੀਆਂ ਧੀਆਂ ਨੂੰ ਗੁਪਤ ਅੰਗਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰਨ ਔਰ ਉਹਨਾਂ ਦਾ ਉਪਯੋਗ ਕੀ ਹੈ, ਸਫਾਈ ਕਿਵੇਂ ਕਰਨੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਸਿਰਫ ਇੱਥੋਂ ਤੱਕ ਹੀ ਨਹੀਂ, ਲੜਕੇ ਦੇ ਮਾਤਾ ਪਿਤਾ ਅਤੇ ਲੜਕੀ ਦੇ ਮਾਤਾ ਪਿਤਾ ਨੂੰ ਆਪਣੇ ਧੀ ਪੁੱਤਰ ਦੋਵਾਂ ਨੂੰ ਹੀ ਇਹ ਵੀ ਸਮਝਾਉਣ ਦੀ ਲੋੜ ਹੈ ਕਿ ਤੁਹਾਡਾ ਸਰੀਰਕ ਸੰਬੰਧ ਸੰਭੋਗ ਕਿਵੇਂ ਕੀ ਹੁੰਦਾ, ਤਾਂ ਕਿ ਤੁਸੀਂ ਉਹਨੂੰ ਵਰਤ ਸਕੋ, ਸਹੀ ਆਨੰਦ ਲੈ ਸਕੋ ਅਤੇ ਗਲਤ ਕੰਮ ਨਾ ਕਰਕੇ ਆਪਣਾ ਜੀਵਨ ਖਰਾਬ ਨਾ ਕਰ ਲਓ। ਸੋ ਇਸੇ ਤਰ੍ਹਾਂ ਲੜਕੇ ਦੇ ਮਾਤਾ ਪਿਤਾ ਨੂੰ ਕੁਛ ਗੱਲਾਂ ਆਪਣੇ ਮਨ ਦੇ ਵਿੱਚ ਵਿਚਾਰਨ ਦੀ ਲੋੜ ਹੈ। ਪਹਿਲੀਆਂ ਜਿਹੜੀਆਂ ਬੇਨਤੀਆਂ ਕੀਤੀਆਂ ਨੇ ਉਹ ਤਾਂ ਆਪਣੇ ਪੁੱਤਰ ਨੂੰ ਸਮਝਾਉਣ ਵਾਸਤੇ ਨੇ, ਪਰੰਤੂ ਇਹ ਜਿਹੜੀਆਂ ਬੇਨਤੀਆਂ ਕਰ ਰਹੇ ਹਾਂ ਇਹ ਲੜਕੇ ਦੇ ਮਾਤਾ ਪਿਤਾ ਨੂੰ ਆਪ ਸੋਚਣ ਦੀ ਲੋੜ ਹੈ। ਉਹ ਆਪਣੇ ਮਨ ਦੇ ਵਿੱਚ ਬੈਠ ਕੇ ਵਿਚਾਰ ਕਰਨ, ਨਹੀਂ ਤਾਂ ਦੋਵੇਂ ਜੀ ਆਪਸ ਵਿੱਚ ਬੈਠ ਕੇ ਸਲਾਹ ਕਰਨ ਕਿ ਜਿਹੜੀ ਨੂੰਹ ਸਾਡੇ ਘਰ ਵਿੱਚ ਆਏਗੀ, ਕੀ ਅਸੀਂ ਉਹਨੂੰ ਨੌਕਰਾਣੀ ਸਮਝਾਂਗੇ ਕਿ ਆਪਣੀ ਧੀ ਸਮਝਾਂਗੇ। ਸਿਰਫ ਜ਼ਬਾਨੀ ਨਹੀਂ ਸਾਡੀ ਧੀ ਹੈ, ਸੱਚੀ ਮੁੱਚੀ ਕੀ ਸਮਝਾਂਗੇ। ਦੂਸਰੀ ਗੱਲ ਉਹ ਇਹ ਵੀ ਵਿਚਾਰ ਕਰਨ ਕਿ ਆਪਾਂ ਉਹਦੇ ਤੋਂ ਕੰਮ ਨੌਕਰਾਣੀਆਂ ਤੋਂ ਵੱਧ ਕਰਵਾਵਾਂਗੇ ਕਿ ਜਾਂ ਉਹਨੂੰ ਹਿਸਾਬ ਦਾ ਕੰਮ ਦੇਵਾਂਗੇ ਅਤੇ ਆਪਣੇ ਪਰਿਵਾਰ ਦਾ ਜੀ ਸਮਝਾਂਗੇ। ਇਹ ਵੀ ਵਿਚਾਰ ਕਰਨ ਦੀ ਲੋੜ ਹੈ ਮਾਤਾ ਪਿਤਾ ਨੂੰ ਕਿ ਕੀ ਅਸੀਂ ਆਪਣੀ ਨੂੰਹ ਨੂੰ ਸਿਰਫ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੀ ਸਮਝਾਂਗੇ ਜਾਂ ਆਪਣੇ ਪਰਿਵਾਰ ਦਾ ਜੀ ਸਮਝ ਕੇ ਪੂਰਾ ਮਾਣ ਸਤਿਕਾਰ ਦੇਵਾਂਗੇ ਅਤੇ ਲੋੜ ਅਨੁਸਾਰ ਹੀ ਬੱਚੇ ਪੈਦਾ ਕਰਾਂਗੇ। ਕਿਉਂਕਿ ਵੇਖਣ ਵਿੱਚ ਆਇਆ ਕਿ ਸਹੁਰਾ ਪਰਿਵਾਰ ਵਾਲੇ ਮੁੰਡੇ ਵਾਲੇ ਜਿਹੜੇ ਨੇ ਉਹ ਆਪਣੀ ਨੂੰਹ ਤੋਂ ਕੰਮ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਕੰਮ, ਕਿ ਹਰ ਕੰਮ ਤੂੰ ਹੀ ਕਰਨਾ, ਹੁਣ ਨੂੰਹ ਆ ਗਈ ਹੈ ਇਹੋ ਹੀ ਕਰੇਗੀ, ਨੂੰਹ ਆ ਗਈ ਇਹੋ ਹੀ ਕਰੇਗੀ, ਅਤੇ ਇਸੇ ਤਰ੍ਹਾਂ ਬੱਚੇ ਬਣਾਈ ਚੱਲੋ, ਜੇ ਮੁੰਡਾ ਨਹੀਂ ਹੋਇਆ ਤੇ ਹੋਰ ਬਣਾਓ। ਇਸ ਤਰ੍ਹਾਂ ਦੇ ਵਿਚਾਰ ਰੱਖਦੇ ਨੇ ਬਹੁਤ ਸਾਰੇ ਸਰੀਰ, ਜਿਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਪਰਿਵਾਰ ਨੂੰ। ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਆਪਣੇ ਅੰਦਰ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਆਪਾਂ ਆਪਣੀ ਨੂੰਹ ਨੂੰ ਤਾਨੇ ਮਿਹਣੇ ਦੇ ਕੇ ਦੁਖੀ ਕਰਾਂਗੇ ਕਿ ਨਹੀਂ ਕਰਾਂਗੇ। ਦੁਖੀ ਕਰਾਂਗੇ ਤਾਂ ਕਿੰਨਾ ਕੁ ਦੁਖੀ ਕਰਾਂਗੇ। ਕੀ ਆਪਾਂ ਆਪਣੀ ਜ਼ੁਬਾਨ 'ਤੇ ਕੋਈ ਨਿਯੰਤਰਣ ਰੱਖ ਸਕਾਂਗੇ, ਆਪਣੇ ਮੂੰਹ ਨੂੰ ਬੰਦ ਕਰ ਸਕਾਂਗੇ।
ਕਿ ਚੁੱਭਵੀਆਂ ਗੱਲਾਂ ਕਰਕੇ ਤੇ ਉਹਦੇ ਕੁੜੀ ਦੇ ਭਾਵ ਨੂੰਹ ਦੇ ਮਾਂ ਪਿਓ ਨੂੰ ਹਰ ਵੇਲੇ ਚੁੱਭਣ ਲਾਉਂਦੇ ਰਵਾਂਗੇ, ਆਪਣੀ ਨੂੰਹ ਨੂੰ ਵੀ ਚੁੱਭਣ ਲਾ ਕੇ ਉਹਨੂੰ ਤੰਗ ਕਰਦੇ ਰਵਾਂਗੇ। ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਆਪਣੀ ਨੂੰਹ ਨੂੰ ਕੁਝ ਜੇਬ ਖਰਚ ਵੀ ਦੇਵਾਂਗੇ, ਉਹਦੀ ਚੰਗੇ ਕੀਤੇ ਕੰਮਾਂ ਦੀ ਕੋਈ ਸੋਭਾ ਵੀ ਕਰਾਂਗੇ ਕਿ ਹਾਂ ਕੁੜੀਏ ਤੂੰ ਰੋਟੀ ਬੜੀ ਵਧੀਆ ਬਣਾਈ ਹੈ, ਤੂੰ ਸਫਾਈ ਬੜੀ ਵਧੀਆ ਕੀਤੀ ਹੈ, ਕਿ ਜਾਂ ਉਹਨੂੰ ਹਰ ਵੇਲੇ ਤਾਨੇ ਮਿਹਣੇ ਹੀ ਦਿੰਦੇ ਰਵਾਂਗੇ। ਕਿਉਂਕਿ ਇਹ ਵੀ ਵੇਖਿਆ ਗਿਆ ਕਿ ਸੱਸਾਂ ਜਿਹੜੀਆਂ ਨੇ ਉਹ ਉਹਨਾਂ ਦੇ ਕੁਛ ਇਸ ਤਰ੍ਹਾਂ ਦੇ ਸੁਭਾਅ ਬਣ ਗਏ ਹੁੰਦੇ ਨੇ ਕਿ ਵੀ ਮੇਰੀ ਸੱਸ ਨੇ ਮੈਨੂੰ ਤਾਨੇ ਮਿਹਣੇ ਦਿੱਤੇ ਨੇ ਤੇ ਮੈਂ ਉਹ ਵਾਰੀ ਦਾ ਵੱਟਾ ਅੱਗੇ ਆਪਣੀ ਨੂੰਹ ਤੇ ਜ਼ਰੂਰ ਲਾਉਣਾ। ਇਸ ਤਰ੍ਹਾਂ ਦਾ ਕੁਛ ਵੀ ਕਰਦੀਆਂ ਨੇ, ਸਾਰੀਆਂ ਨਹੀਂ ਕਰਦੀਆਂ ਪਰ ਬਹੁਤ ਥਾਵਾਂ ਤੇ ਐਸਾ ਕੁਛ ਹੁੰਦਾ ਵੀ ਹੈ। ਇਸੇ ਤਰ੍ਹਾਂ ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਸਾਡੀ ਆਉਣ ਵਾਲੀ ਨੂੰਹ ਜੇ ਅੱਗੋਂ ਹੋਰ ਪੜ੍ਹਾਈ ਕਰਨਾ ਚਾਹਵੇ, ਕੋਈ ਕੋਰਸ ਕਰਨਾ ਚਾਹਵੇ ਤਾਂ ਕੀ ਅਸੀਂ ਕਰਨ ਦੇਵਾਂਗੇ? ਉਹਨੂੰ ਪੜ੍ਹਾਈ ਦੇ ਖਰਚੇ ਵਗੈਰਾ ਵੀ ਦੇਵਾਂਗੇ ਕਿ ਆਹ ਕੋਰਸ ਕਰ ਲੈ, ਹੋਰ ਅੱਗੇ ਵੱਧ। ਕੋਈ ਨਵੀਂ ਕਲਾ ਸਿੱਖਣੀ ਚਾਹਵੇ ਉਹਦੇ 'ਚ ਸਹਿਯੋਗ ਦੇਵਾਂਗੇ। ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਜਦੋਂ ਸਾਡੀ ਨੂੰਹ ਆਏਗੀ ਉਹ ਇੱਕ ਨੌਜਵਾਨ ਲੜਕੀ ਹੈ, ਉਹਨੂੰ ਅੱਜ ਦੇ ਸਮੇਂ ਦੇ ਮੁਤਾਬਕ ਉਹਦਾ ਜੀਅ ਕਰੇਗਾ ਕਿ ਮੈਂ ਪੈਂਟਾਂ ਪਾਉਣੀਆਂ ਨੇ, ਵਾਲ ਕੱਟ ਕੇ ਬਣਾ ਕੇ ਰੱਖਣੇ ਨੇ, ਭਰਵੱਟੇ ਬਣਾਉਣੇ ਨੇ, ਆਦ ਇਸ ਤਰ੍ਹਾਂ ਦੇ ਪੋਸ਼ਾਕਾਂ ਪਾਉਣੀਆਂ ਨੇ ਜੋ ਕਿ ਅੱਜ ਦੇ ਫੈਸ਼ਨ ਨਾਲ ਚੱਲਦੀਆਂ ਨੇ। ਕੀ ਅਸੀਂ ਆਪਣੀ ਨੂੰਹ ਨੂੰ ਇਹ ਪਾਉਣ ਦੇਵਾਂਗੇ ਕਿ ਨਹੀਂ? ਜੇ ਨਹੀਂ ਪਾਉਣ ਦੇਵਾਂਗੇ ਤਾਂ ਫਿਰ ਜਿਹੜਾ ਘਰ ਵਿੱਚ ਕੁਪੱਤ ਹੋਣਾ ਉਹਦਾ ਕੀ ਹੱਲ ਕਰਨਾ ਪਹਿਲਾਂ ਹੀ ਸੋਚ ਲਈਏ। ਇਸੇ ਤਰ੍ਹਾਂ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਸਾਡੀ ਨੂੰਹ ਜਦੋਂ ਆਏਗੀ ਵਿਸ਼ੇਸ਼ ਰੂਪ 'ਚ ਪਹਿਲੇ ਕੁਛ ਦਿਨਾਂ ਵਿੱਚ ਜੇ ਉਹ ਸਾਡੇ ਤੋਂ ਵੱਖਰਿਆਂ ਹੋ ਕੇ ਆਪਣੇ ਮਾਂ ਪਿਓ ਨਾਲ ਗੱਲ ਕਰਨੀ ਚਾਹੁੰਦੀ ਹੈ, ਕੀ ਆਪਾਂ ਉਹਨੂੰ ਕਰਨ ਦੇਵਾਂਗੇ ਕਿ ਨਹੀਂ? ਸਾਡੇ ਸਾਹਮਣੇ ਹੀ ਗੱਲ ਕਰੇਗੀ। ਇਸੇ ਤਰ੍ਹਾਂ ਇੱਕ ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਜਦੋਂ ਨੂੰਹ ਦੇ ਕੋਲ ਬੱਚਾ ਹੋਣ ਵਾਲਾ ਹੋਵੇ ਕਿ ਉਦੋਂ ਉਹ ਆਪਣੀ ਮਾਂ ਨੂੰ ਆਪਣੇ ਕੋਲ ਬੁਲਾ ਸਕੇਗੀ ਜਾਂ ਆਪ ਪੇਕੇ ਜਾ ਸਕੇਗੀ। ਆਪਾਂ ਆਗਿਆ ਦੇਵਾਂਗੇ ਜਾਂ ਆਪਾਂ ਸਾਂਭਾਂਗੇ ਕਿ ਨਹੀਂ ਸਾਂਭਾਂਗੇ, ਜਾਂ ਉਹਨੂੰ ਆਖਾਂਗੇ ਕਿ ਤੂੰ ਆਪਣਾ ਬੱਚਾ ਜੰਮਦਿਆਂ ਹੀ ਨਾਲ ਘਰ ਦਾ ਕੰਮ ਵੀ ਕਰਨਾ, ਤੂੰ ਭਾਵੇਂ ਤੇਰਾ ਵੱਡਾ ਆਪਰੇਸ਼ਨ ਹੋਇਆ ਘਰ ਦਾ ਕੰਮ ਵੀ ਤੂੰ ਹੀ ਕਰਨਾ। ਜੇ ਤੁਹਾਡੇ ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਸਾਡੀ ਬਣਨ ਵਾਲੀ ਨੂੰਹ ਜਦੋਂ ਆਏਗੀ, ਜੇ ਉਹ ਨੌਕਰੀ ਕਰਦੀ ਆਈ ਜਾਂ ਇੱਥੇ ਆ ਕੇ ਨੌਕਰੀ ਕਰਨੀ ਚਾਹਵੇ ਤਾਂ ਫਿਰ ਅਸੀਂ ਉਹਨੂੰ ਨੌਕਰੀ ਕਰਨ ਦੇਵਾਂਗੇ ਕਿ ਨਹੀਂ? ਜੇ ਉਹ ਨੌਕਰੀ ਕਰਦੀ ਹੈ ਜਾਂ ਕੋਈ ਵੀ ਕੰਮ ਘਰੋਂ ਚਲਾਉਂਦੀ ਹੈ, ਉਹਦੇ ਜਿਹੜੇ ਪੈਸੇ ਆਉਣਗੇ ਉਹ ਪੈਸਿਆਂ 'ਤੇ ਆਪਾਂ ਹੱਕ ਜਮਾਵਾਂਗੇ ਕਿ ਉਹਦੇ ਪੈਸੇ ਵੱਖਰੇ ਉਹਨੂੰ ਰੱਖਣ ਦੇਵਾਂਗੇ? ਫਿਰ ਹੋਰ ਅਗਲੀ ਗੱਲ, ਜੇ ਉਹ ਨੌਕਰੀ ਕਰਦੀ ਹੈ 8 ਘੰਟੇ ਦੀ ਨੌਕਰੀ, ਘੰਟਾ 2 ਆਉਣ ਜਾਣ, ਤੇ ਉਸ ਤੋਂ ਬਾਅਦ ਬੱਚਾ ਵੀ ਸਾਂਭਣਾ ਤੇ ਘਰ ਦੇ ਕੰਮ ਫਿਰ ਉਹਨੂੰ ਹੀ ਕਰਨੇ ਪੈਣਗੇ ਕਿ ਆਪਾਂ ਵੀ ਹੱਥ ਵਟਾਵਾਂਗੇ, ਕੁਝ ਕਰਾਂਗੇ ਕਿ ਨਹੀਂ ਕਰਾਂਗੇ? ਇਸੇ ਤਰ੍ਹਾਂ ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਵਿਚਾਰਨ ਕਰਨ ਦੀ ਲੋੜ ਹੈ ਕਿ ਜੇ ਸਾਡੀ ਨਵੀਂ ਆਈ ਹੋਈ ਨੂੰਹ ਸਾਹਮਣੇ ਸਾਰਿਆਂ ਦੇ ਬੈਠ ਕੇ ਆਪਣੇ ਪਤੀ ਦੇ ਨਾਲ ਜੱਫੀ ਪਾ ਲੈਂਦੀ ਹੈ, ਉਹਦੇ ਗਲ ਦੁਆਲੇ ਬਾਂਹ ਪਾ ਲੈਂਦੀ ਹੈ, ਉਹਦੇ ਨਾਲ ਇਕੱਠਿਆਂ ਬੈਠ ਕੇ ਰੋਟੀ ਖਾਂਦੀ ਹੈ, ਕੀ ਆਪਾਂ ਉਹ ਕਰਨ ਦੇਵਾਂਗੇ ਕਿ ਆਖਾਂਗੇ ਨਹੀਂ ਇਹ ਸਾਰਿਆਂ ਦੇ ਸਾਹਮਣੇ ਨਹੀਂ ਇਹ ਕੁਛ ਕਰ ਸਕਦੀ ਤੂੰ? ਜਦੋਂ ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਜਦੋਂ ਬੱਚਾ ਹੋ ਜਾਵੇਗਾ, ਭਾਵ ਪੋਤਰਾ ਪੋਤਰੀ ਕੁਛ ਹੋ ਜਾਵੇਗਾ, ਫਿਰ ਉਹਦੇ 'ਤੇ ਆਪਾਂ ਕਿੰਨਾ ਕੁ ਹੱਕ ਜਮਾਵਾਂਗੇ ਅਤੇ ਸਾਡੀ ਨੂੰਹ ਦਾ ਹੱਕ ਕਿੰਨਾ ਕੁ ਹੋਏਗਾ? ਕੀ ਆਪਾਂ ਉਹਦੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਪੋਤਰੇ ਪੋਤਰੀ 'ਤੇ, ਤੇ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਦੇ ਕੇ ਉਹਨਾਂ ਦੀ ਸਿਹਤ ਖਰਾਬ ਕਰਾਂਗੇ ਕਿ ਮਾਂ ਨੂੰ ਸਮਝਾ ਕੇ ਰੱਖਾਂਗੇ ਤੇ ਉਹਨੂੰ ਚੰਗਾ ਭੋਜਨ ਦੇ ਕੇ ਉਹਦੀ ਸਿਹਤ ਵਧੀਆ ਰੱਖਾਂਗੇ? ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਜਦੋਂ ਤੱਕ ਵਿਆਹ ਨਹੀਂ ਹੁੰਦਾ ਸਾਡੇ ਪੁੱਤਰ ਦਾ, ਉਦੋਂ ਤੱਕ ਤਾਂ ਪੁੱਤਰ ਮਾਂ ਦੇ ਹੱਥੋਂ ਹੀ ਰੋਟੀ ਖਾਂਦਾ ਸੀ, ਮਾਂ ਦੇ ਕੋਲ ਹੀ ਬਹਿਣਾ ਉੱਠਣਾ ਸੀ, ਪਰ ਜਦੋਂ ਵਿਆਹ ਹੋ ਗਿਆ ਉਸ ਤੋਂ ਉਪਰੰਤ ਤਾਂ ਉਹਨੇ ਆਪਣੀ ਪਤਨੀ ਨਾਲ ਬਹੁਤਾ ਸਮਾਂ ਬਿਤਾਉਣਾ, ਉਹਦੇ ਕਮਰੇ 'ਚ ਸੌਣਾ ਹੈ, ਉਹਦੇ ਤੋਂ ਰੋਟੀ ਖਾਣੀ ਹੈ। ਕੀ ਇਹ ਸਾਰਾ ਕੁਛ ਮਾਂ ਜਰ ਸਕੇਗੀ? ਉਹ ਆਪਣੀ ਪਤਨੀ ਨੂੰ ਬਾਹਰ ਘੁਮਾਉਣ ਫਿਰਾਉਣ ਕਿਤੇ ਲੈ ਜਾਂਦਾ, ਕੀ ਇਹ ਸਾਰਾ ਕੁਛ ਵੇਖ ਕੇ ਮਾਂ ਨੂੰ ਹੌਲ ਪਏਗਾ ਤੇ ਮਾਂ ਈਰਖਾ ਤਾਂ ਨਹੀਂ ਕਰਨ ਲੱਗ ਪਏਗੀ? ਇਸੇ ਤਰ੍ਹਾਂ ਲੜਕੇ ਦੇ ਮਾਤਾ ਪਿਤਾ ਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਵਿਆਹ ਤੋਂ ਬਾਅਦ ਉਹਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਪਣੀ ਪਤਨੀ ਦੇ ਪ੍ਰਤੀ ਵੀ ਹੋ ਜਾਣਗੀਆਂ, ਅਤੇ ਜਦੋਂ ਤੁਹਾਡੇ ਪੁੱਤਰ ਵਿੱਚ ਉਹਦੇ ਸੁਭਾਅ ਦੇ ਵਿੱਚ ਪਰਿਵਰਤਨ ਆ ਗਿਆ, ਫਿਰ ਆਪਾਂ ਉਸ ਗੱਲ ਤੋਂ ਕਿੰਨੇ ਕੁ ਔਖੇ ਹੋਵਾਂਗੇ ਕਿ ਉਹਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰਾਂਗੇ। ਔਰ ਜੇ ਕਿਸੇ ਕਾਰਨ
ਬੱਚਾ ਨਹੀਂ ਹੁੰਦਾ ਤੁਹਾਡੇ ਪੁੱਤਰ ਦੇ ਘਰ, ਤਾਂ ਲੜਕੇ ਦੇ ਮਾਤਾ ਪਿਤਾ ਨੂੰ ਕੇਵਲ ਆਪਣੀ ਨੂੰਹ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਉਹ ਦੋਵਾਂ ਦਾ ਹੀ ਜਾਂਚ ਕਰਵਾ ਕੇ ਉਹਦੇ ਅਨੁਸਾਰ ਵਿਚਾਰ ਨਾਲ, ਸ਼ਾਂਤੀ ਨਾਲ ਕੰਮ ਕਰਨਾ ਚਾਹੀਦਾ ਹੈ। ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਕਮੀਆਂ ਹਰ ਮਨੁੱਖ ਵਿੱਚ ਹੁੰਦੀਆਂ ਨੇ, ਉਹ ਕੁੜੀ 'ਚ ਵੀ ਹੋ ਸਕਦੀਆਂ, ਮੁੰਡੇ 'ਚ ਵੀ ਹੋ ਸਕਦੀਆਂ। ਨਹੀਂ ਜੀ ਬੱਚਾ ਨਹੀਂ ਹੋ ਰਿਹਾ, ਵਿਆਹ ਹੋਰ ਕਰਵਾ ਦਿਓ, ਇਸ ਕੁੜੀ ਨੂੰ ਤੂੰ ਛੱਡ ਦੇ। ਕੀ ਇਹੋ ਜਿਹੀ ਪੁੱਠੀ ਸਿੱਖਿਆ ਤਾਂ ਨਹੀਂ ਤੁਸੀਂ ਆਪਣੇ ਪੁੱਤਰ ਨੂੰ ਦੇਵੋਗੇ? ਮੇਰੇ ਸਾਹਮਣੇ ਇੱਕ ਗੱਲ ਆਈ ਹੈ, ਇੱਕ ਨਾਮਧਾਰੀ ਪਰਿਵਾਰ ਦੇ ਵਿੱਚ ਹੀ ਐਸੀ ਸਮੱਸਿਆ ਬਣੀ ਹੈ। ਪਤੀ ਪਤਨੀ ਦਾ ਪ੍ਰੇਮ ਹੈ, ਉਹ ਪਤੀ ਆਪਣੀ ਪਤਨੀ ਨੂੰ ਛੱਡਣਾ ਨਹੀਂ ਚਾਹੁੰਦਾ, ਬੱਚਾ ਹੋ ਨਹੀਂ ਸਕਦਾ। ਮਾਂ ਪਿਓ ਨੇ ਉਹਨੂੰ ਇੰਨਾ ਤੰਗ ਕਰ ਦਿੱਤਾ ਕਿ ਮੁੰਡਾ ਆਪਣੇ ਮਾਂ ਪਿਓ ਨੂੰ ਛੱਡ ਕੇ ਕਿਤੇ ਕਿਰਾਏ ਤੇ ਜਾ ਕੇ ਰਹਿਣ ਲੱਗ ਪਿਆ। ਮਾਂ ਪਿਓ ਨੇ ਆਖਣਾ ਇਹ ਨੂੰਹ ਲੈ ਗਈ ਹੈ ਪੁੱਟ ਕੇ। ਨੂੰਹ ਨਹੀਂ ਲੈ ਗਈ ਪੁੱਟ ਕੇ, ਆਪਾਂ ਤਾਨੇ ਮਿਹਣੇ ਦੇ ਕੇ ਆਪਾਂ ਆਪਣੇ ਪੁੱਤਰ ਨੂੰ ਆਪੇ ਪੁੱਠੀ ਸਿੱਖਿਆ ਦੇ ਕੇ ਦੂਰ ਕੀਤਾ ਕਿ ਤੂੰ ਇਸ ਜਨਾਨੀ ਨੂੰ ਛੱਡ ਦੇ ਜੇ ਤੋਂ ਬੱਚਾ ਨਹੀਂ ਹੁੰਦਾ। ਤੇ ਉਹ ਗਲਤੀ ਮਾਤਾ ਪਿਤਾ ਦੀ ਹੈ, ਨੂੰਹ ਦੀ ਨਹੀਂ ਹੈਗੀ। ਇਸੇ ਤਰ੍ਹਾਂ ਮਾਤਾ ਪਿਤਾ ਦਾ ਇਹ ਵੀ ਫਰਜ਼ ਹੈ ਕਿ ਆਪਣੇ ਬੱਚੇ ਨਾਲ ਇੰਨੀਆਂ ਖੁੱਲ੍ਹੀਆਂ ਗੱਲਾਂ ਕਰਨ ਕਿ ਵਿਵਾਹਿਕ ਜੀਵਨ ਵਿੱਚ ਉਹਨੂੰ ਕਿਸੇ ਵੀ ਤਰ੍ਹਾਂ ਦੀਆਂ ਸਰੀਰਕ ਸੰਬੰਧ ਦੀਆਂ ਕੋਈ ਕਠਿਨਾਈਆਂ ਆਉਂਦੀਆਂ ਨੇ ਜਾਂ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕੇ। ਸੋ ਇਹ ਥੋੜ੍ਹੀਆਂ ਜਿਹੀਆਂ ਗੱਲਾਂ ਆਪ ਜੀ ਦੇ ਧਿਆਨ ਵਿੱਚ ਲਿਆਂਦੀਆਂ ਨੇ ਕਿ ਤਾਂ ਕਿ ਆਪ ਜੀ ਆਪਣੇ ਲੜਕੇ ਦੀ ਸ਼ਾਦੀ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ 'ਤੇ ਵਿਚਾਰ ਕਰ ਸਕੋ, ਉਹਦੇ ਅਨੁਸਾਰ ਅੱਗੋਂ ਕਾਰਜ ਕਰੋ। ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਦੇ ਬੱਚਿਆਂ ਦਾ, ਨੂੰਹ ਪੁੱਤਰ ਦਾ ਵਿਵਾਹਿਕ ਜੀਵਨ ਸੁਖੀ ਵਸੇ ਰਵੇ, ਸੁਖ ਸ਼ਾਂਤੀ ਘਰ ਵਿੱਚ ਰਵੇ ਅਤੇ ਤੁਹਾਡੇ ਬੱਚੇ ਸਾਰੇ ਆਪਸ ਵਿੱਚ ਪ੍ਰੇਮ ਨਾਲ ਰਹਿ ਸਕਣ। ਤਾਂ ਇਹ ਬੇਨਤੀਆਂ ਆਪ ਜੀ ਨੂੰ ਕੀਤੀਆਂ ਨੇ। ਸੋ ਮੇਰੀਆਂ ਬੇਨਤੀਆਂ 'ਤੇ ਵਿਚਾਰ ਕਰੋ। ਹੁਣ ਸਾਰੇ ਹੀ ਆਖੋ ਧੰਨ ਸਤਿਗੁਰੂ ਹਰਿ ਕ੍ਰਿਸ਼ਨ ਜੀ। ਸਤਿ ਕਰਤਾਰ, ਸਤਿ ਸ੍ਰੀ ਅਕਾਲ।